मारू महला पहला। इस मन माया को नेहो कनेरा। कोई बूझो ज्ञानी करहो निबेरा। इस मन माया को नेहो कनेरा। कोई बूझो ज्ञानी करो निबेरा। आसा मनसा हौमै सहसा। नर लोभी कूड़ कमाएंदा। सतगुर ते पाए विचारा। सुन समाध सच्चे घर बारा। नानक निर्मल नाद शब्द धुन। सच रामै नाम समाएंदा। सतगुर ते पाए विचारा। सुन समाध सच्चे घर बारा। नानक निर्मल नाद शब्द धुन। सच रामै नाम समाएंदा। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर अते तखत दे मालक बाणी के बोहेत। ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀय ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਜੀ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਤੇ ਕੰਠ ਕਰਨ ਦਾ ਵੀ ਹਜ਼ੂਰ ਚਾਹ ਬਖਸ਼ਿਸ਼ ਕਰਨ। ਸੋ ਸਾਧ ਸੰਗਤ, ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੀ ਹੈ ਕਿ ਸਵੇਰ ਦੇ ਦੀਵਾਨਾਂ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੀ ਲੜੀਵਾਰ ਕਥਾ ਸਿਲਸਿਲਾ ਨਿਰੰਤਰ ਜਾਰੀ ਹੈ, ਉਸ ਅਧੀਨ ਮਾਰੂ ਸੋਲਹੇ ਮਹੱਲਾ ਪਹਿਲਾ ਦੇ ਸਿਰਲੇਖ ਹੇਠ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਸੋ ਕੱਲ੍ਹ
ਇਸ ਸੋਲ੍ਹੇ ਦਾ 16 ਨੰਬਰ ਪਦੇ ਦੀ ਵਿਚਾਰ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਰੱਖੀ ਸੀ। ਇਸ ਮਨ ਮਾਇਆ ਕੋ ਨੇਹੁ ਕਨੇਰਾ, ਕੋਈ ਬੁੱਝੋ ਗਿਆਨੀ ਕਰੋ ਨਿਬੇਰਾ। ਆਸਾ ਮਨਸ਼ਾ ਹਉਮੈ ਸੈਂਸਾ, ਜਿਹਦੇ ਬਾਰੇ ਸਾਨੂੰ ਬਾਣੀ ਦਾ ਉਪਦੇਸ਼ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਰਾਸਾ। ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ। ਤੁਛ ਬੁੱਧੀ ਅਨੁਸਾਰ ਇਸ ਪਦੇ ਦੀ ਵਿਚਾਰ ਮੈਂ ਆਪ ਜੀ ਦੇ ਸਨਮੁਖ ਰੱਖਣ ਦਾ ਯਤਨ ਕੀਤਾ ਸੀ। ਹੁਣ ਇਹ ਜਿਹੜਾ 16 ਹੈ ਇਹ 17 ਪਦਿਆਂ ਦਾ। ਵੈਸੇ ਤੇ ਬਾਣੀ ਦਾ ਸਿਰਲੇਖ ਜਿਹੜਾ 16 ਸ਼ਬਦ ਹੈ ਨਾ, ਉਸ ਤੋਂ ਮੁਰਾਦ ਹੈ ਵੀ 16 ਪਦਿਆਂ ਵਾਲੇ ਸ਼ਬਦ। ਪਰ ਜਿਸ ਤਰ੍ਹਾਂ ਅਸ਼ਟਪਦੀਆਂ ਦੇ ਵਿੱਚ ਸੁਖਮਣੀ ਸਾਹਿਬ ਨੂੰ ਛੱਡ ਕੇ ਹੋਰ ਕਈਆਂ ਥਾਵਾਂ 'ਤੇ ਅਸ਼ਟਪਦੀ ਜਿਹੜੀ ਹੈ ਉਹ 7 ਪਦਿਆਂ ਦੀ ਵੀ ਹੋ ਜਾਂਦੀ ਹੈ, ਕਿਤੇ 9 ਜਾਂ 10 ਪਦਿਆਂ ਦੀ ਵੀ ਹੋ ਜਾਂਦੀ ਹੈ, ਪਰ ਆਮੂਮਨ 8 ਦੀ ਹੁੰਦੀ ਹੈ। ਇਸ ਲਈ ਅਸ਼ਟਪਦੀ 8 ਪਦਿਆਂ ਵਾਲੇ ਸ਼ਬਦ। ਤੋ ਇੱਥੇ ਇੱਕ ਧਿਆਨ ਰੱਖਣ ਵਾਲੀ ਇਹ ਗੱਲ ਹੈ ਵੀ ਜਿਹੜੇ 16 ਪਦਿਆਂ ਵਾਲੇ ਸ਼ਬਦਾਂ ਦਾ ਸਿਰਲੇਖ ਹੈ, ਉੱਥੇ ਸੱਸੇ ਨੂੰ ਹੋੜਾ ਲੱਲਾ, ਫਿਰ ਹਾਹੇ ਲਾਂ ਹੈ। ਬਹੁਤ ਵਾਰ ਇਸ 16 ਨੂੰ 16 ਹੀ ਕਹਿ ਛੱਡਨੇ ਆ। 16 ਇੱਕ ਡਿਫਰੈਂਟ ਕਿਸਮ ਦਾ ਕਾਵ ਰੂਪ ਹੈ। ਮੈਂ ਉਹਦੇ ਸੰਬੰਧ ਵਿੱਚ ਤੁਹਾਡਾ 1 ਮਿੰਟ ਜ਼ਾਇਆ ਹੋਵੇਗਾ ਬੇਨਤੀ ਕਰਨੀ ਚਾਹੁੰਦਾ। ਅਸੀਂ ਰਾਤ ਨੂੰ ਸੌਣ ਵੇਲੇ 16 ਸਾਹਿਬ ਦਾ ਪਾਠ ਕਰਨੇ, ਹੁਕਮ ਹੈ ਸਾਨੂੰ ਵੀ 16 ਸਾਹਿਬ ਦੀ ਬਾਣੀ ਪੜ੍ਹ ਕੇ ਫਿਰ ਸੌਣਾ ਹੈ। ਇੱਕ ਤੇ ਵੇਖੋ ਗੁਰੂ ਸਾਹਿਬਾਨ ਨੇ ਜਾਂ ਗੁਰਸਿੱਖਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਜੋ ਬਾਣੀਆਂ ਦੀ ਵੰਡ ਕੀਤੀ, ਕਿਤਨੀ ਸੋਹਣੀ ਤਰਤੀਬ ਹੈ। ਤੁਸੀਂ ਆਖੋਗੇ ਸੋਹਣੀ ਤਰਤੀਬ ਕੀ ਹੈ? ਜਦੋਂ ਅਸੀਂ ਰਾਤ ਪਰ ਆਰਾਮ ਕਰਕੇ ਉੱਠਨੇ ਆ, ਅਸੀਂ ਸਰੀਰ ਕਰਕੇ ਦਿਮਾਗ ਕਰਕੇ ਰਿਲੈਕਸ ਹੋਏ ਹੁੰਦੇ ਆ, ਤਾਂ ਸਵੇਰੇ ਨਿਤਨੇਮ ਦਾ ਆਕਾਰ ਥੋੜ੍ਹਾ ਵੱਡਾ ਕਰ ਦਿੱਤਾ ਵੀ ਇਹ ਰਿਲੈਕਸ ਹੋ ਕੇ ਉੱਠਿਆ, ਇਤਨੀਆਂ ਬਾਣੀਆਂ ਪੜ੍ਹ ਸਕਦਾ। ਦਿਹਾੜੀ ਭਜਨਸ ਹੈ, ਕਿਰਤਕਾਰ ਹੈ। ਹੁਣ ਰਹਿਰਾਸ ਕਰਨਾ ਹੈ ਤੇ ਦਿਹਾੜੀ ਦੀ ਥਕਾਵਟ ਹੈ, ਕੇਵਲ ਇੱਕ ਬਾਣੀ ਸੋਦਰ ਰਹਿਰਾਸ ਸਾਹਿਬ। ਤੇ ਹੁਣ ਇਹ ਘਰ ਆਇਆ ਹੈ, ਸੋਦਰ ਰਹਿਰਾਸ ਸਾਹਿਬ ਕੀਤਾ ਹੈ, ਲੰਗਰ ਪਾਣੀ ਛਕਿਆ, ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਹੁਣ ਬੈੱਡ ਤੇ ਆ ਗਿਆ ਹੈ। ਸਾਰੇ ਦਿਨ ਦੀ ਥਕਾਵਟ ਹੈ, ਭੋਜਨ ਛਕਿਆ, ਉਹਦਾ ਵੀ ਆਲਸ ਹੈ। ਹੁਣ ਵੀ 5 ਸ਼ਬਦਾਂ ਵਾਲੀ 16 ਸਾਹਿਬ ਦੀ ਬਾਣੀ ਇਹ ਪੜ੍ਹ ਕੇ ਤੇ ਹੁਣ ਇਹ ਆਰਾਮ ਕਰ ਲਵੇ। ਅੱਛਾ, ਹੁਣ ਅਗਲੀ ਗੱਲ ਹੈ ਵੀ 16 ਤੇ 16 ਦਾ ਫਰਕ ਕੀ ਹੈ? 16 ਮੀਨਸ 16 ਪਦਿਆਂ ਵਾਲੇ ਸ਼ਬਦ, ਔਰ ਸੋਹਿਲਾ ਸੱਸੇ ਹੋੜਾ ਹਾਹੇ ਸ਼ਿਆਰੀ ਲੱਲੇ ਕੰਨਾ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵਚੰਦ ਦੀਪਕ ਬਨੇ। ਸੋਹਿਲਾ, ਕੱਲਾ ਸੋਹਿਲਾ ਤੋਂ ਸੈਂਸ ਕੀ ਹੈ? ਸਾਧ ਸੰਗਤ ਜੀ, ਇਹ ਉਹ ਕਾਵ ਰੂਪ ਹੈ ਜਿਹਦੇ 'ਚ ਦੋ ਕਿਸਮ ਦੇ ਜਜ਼ਬੇ ਦਿਮਾਗ ਦੇ ਵਿੱਚ ਆ ਜਾਂਦੇ ਨੇ। ਤੁਸੀਂ ਇਸੇ ਬਾਣੀ ਵਿੱਚ ਅੱਗੇ ਜਾ ਕੇ ਪੜ੍ਹਦੇ ਹੋ, ਜਦੋਂ ਕਹਿੰਦੇ ਨੇ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਤੇ ਹੁਣ ਤੇ ਪਰੰਪਰਾਵਾਂ ਬਦਲ ਗਈਆਂ, ਸਮੀਕਰਨ ਬਦਲ ਗਏ। ਨਹੀਂ ਤੇ ਵਿਆਹ ਵਾਲੇ ਮੁੰਡੇ ਤੇ ਕੁੜੀ ਨੂੰ ਪਹਿਲਾਂ ਮਾਈਏ ਪਾਇਆ ਜਾਂਦਾ, ਤੋ ਮਾਈਏ ਪਾਉਣ ਵੇਲੇ ਦੇ ਕੁਝ ਰਸਮੋ ਰਿਵਾਜ ਹੁੰਦੇ ਸਨ, ਔਰ ਫਿਰ ਜਿਹੜੀਆਂ ਸਿਆਣੀਆਂ ਬੀਬੀਆਂ ਵਿੱਚ ਐਕਸਪਰਟ, ਉਹ ਵਿਸ਼ੇਸ਼ ਕਿਸਮ ਦੇ ਉੱਥੇ ਗੀਤ ਗਾਏ ਜਾਂਦੇ। ਉਹਨਾਂ 'ਚ 2 ਭਾਵ ਹੁੰਦੇ ਸਨ। ਇੱਕ ਪਾਸੇ ਉਹ ਜਿਹੜੀ ਨੌਜਵਾਨ ਲੜਕੀ ਹੈ, ਜਿਹਨ ਥੋੜ੍ਹੇ ਦਿਨਾਂ ਬਾਅਦ ਹੁਣ ਭਲਕੇ ਪਰਸੋਂ ਉਹਨੇ ਪਰਿਵਾਰ ਨਾਲੋਂ ਵਿਛੜ ਜਾਣਾ ਹੈ, ਉਹਦੇ ਵਿਯੋਗ ਦਾ ਉਹਦੇ ਅੰਦਰ ਸੱਲ ਹੈ, ਇੱਕ ਭੈ ਹੈ, ਇੱਕ ਡਰ ਹੈ ਕਿ ਮੈਂ ਪਰਿਵਾਰ ਤੋਂ ਵਿਛੜ ਜਾਣਾ।
ਪਰ ਕਿਤੇ ਅਚੇਤ ਮਨ ਵਿੱਚ ਉਹਦੇ ਅੰਦਰ ਆਪਣੇ ਪਤੀ ਨੂੰ ਮਿਲਣ ਦੀ ਖੁਸ਼ੀ ਵੀ ਹੈ, ਕੁਝ ਉਮਾ ਵੀ ਹੈ, ਐਕਸਾਈਟਡ ਵੀ ਹੈ। ਤੋ ਉਹ ਕਾਵ ਰੂਪ, ਉਹ ਬਾਣੀ ਜਿਹਦੇ ਵਿੱਚ ਇਹ ਦੋਵੇਂ ਭਾਵ ਜਿਹੜੇ ਨੇ ਉਹਨਾਂ ਦੇ ਦੀਦਾਰ ਹੋਣ, ਤੁਹਾਨੂੰ ਉਹਦਾ ਅੰਦਰ ਜਜ਼ਬਾ ਹੋਵੇ। ਇਸ ਲਈ ਸੋਲਹੇ ਤੇ ਸੋਹਿਲਾ ਦਾ ਅੰਤਰ ਧਿਆਨ ਵਿੱਚ ਰੱਖਣਾ ਬੜਾ ਲਾਜ਼ਮੀ ਹੈ। ਮੈਂ ਤੇ ਕਈ ਵਾਰ ਸੁਣਨਾ ਵਾ, ਗੁੱਸਾ ਕਰ ਜਾਂਦੇ ਸਾਰੇ ਹੀ ਵੀ ਸ਼ਾਇਦ ਇਹ ਜਸਵਿੰਦਰ ਸਿੰਘ ਇਹ ਸਾਬਤ ਕਰਨਾ ਚਾਹੁੰਦਾ ਵੀ ਮੈਂ ਸਭ ਤੋਂ ਵੱਡਾ ਵਿਦਵਾਨ ਹਾਂ। ਤੁਹਾਡੇ ਕੋਲ ਰਿਕਾਰਡਿੰਗ ਹੈ, ਸਾਰੇ ਗੁਰਦੁਆਰਿਆਂ 'ਚ ਕਥਾ ਹੁੰਦੀ ਹੈ ਅੱਜ ਕੱਲ੍ਹ YouTube ਤੇ। ਬਹੁਤ ਵਾਰੀ ਸਾਡੇ ਕਰਨ ਵਾਲੇ ਵੀ ਸੋਲਹੇ ਨੂੰ ਸੋਹਲਾ ਹੀ ਕਹੀ ਜਾਂਦੇ ਨੇ। ਤੋ ਸੋਲਹੇ 16 ਪਦਿਆਂ ਵਾਲੇ, ਸੋਹਿਲਾ डिफरेंट किस्म की स्टोरी है। एक नुक्ते ने महरम से मुजरिम कर दिया, हम दुआ करते रहे और वो दवा पढ़ते रहे। उर्दू च जे दुआ लिखना है, प्रेयर लिखना है, अरदास दी सेंस में जिहड़ा दुआ शब्द है और दवा मैडिसिन, एक नुक्ते का फर्क है। नुक्ता इधर हो गया तो दवा, उधर हो गया तो दुआ। लिहाजा गुरबाणी नूं चंगी तरह अखां टड्ड के खोल के दिल दिमाग नूं कायम दायम करके एकाग्रता दे नाल फिर उत्थे मिस्टेक नहीं हुंदी। तो ये 17 पदियां वाले 16 दा मैं 17 नंबर जिहड़ा पदा है वो तुहाडी नज़र कीता है। आओ इस दी विचार करिए। हजूर गुरु नानक साहब कह रहे ने, सतगुर ते पाए विचारा। सतगुरु तो विचार जिहड़ी है वो प्राप्त हुंदी है। विचार करन दी, ये विचार करनी भी ये सृष्टि किस तरह पैदा हुई है। देखो ना बई, मस्त रहना, आनंद विच रहना अपनी जगह ठीक है, पर जे साइंसदान खोज ना करते तो कई महीनों का सफ़र असी कुछ घंटिया च करके कनेडा ना पहुँच सकते। कैसा आविष्कार है। पूरा पिंड का पिंड आकाश विच उड़दा है। ब्रेकफास्ट के टाइम ब्रेकफास्ट प्रोवाइड हुंदा है, लंच हुंदा है, डिनर हुंदा है, फ्लशां बणियां होईयां ने। तो इस तमाम आविष्कार विचार वाले लोगों ने साडे सामने लियाते ने। बारिश होनी है, स्नो पैनी है, अगेती जानकारी है। भाई अलर्ट हो जाओ, तुसी बाहर निकलना है, अजे तुसी घर दे विच हो ते तुहाडे मोबाइल दे स्क्रीन ते आ जाएगा भी छतरी लैके निकलो बाहर, माहौल खराब है। ये तमाम खोजां किन्ने कीतियां? विचारवान लोगों ने कीतियां, साइंसदानां ने कीतियां। और इन्हां साइंसदानां दी इस खोज विच कई साइंसदान जिहड़े ने उन्हां दी जान भी चली गई। रिस्क लिया और करते रहे। वो खोज करदा करदा मर गया, दूजे ने उथों ही चक लिया काम और अगे खोज शुरू कर दी। लिहाजा विचार भावें धार्मिक ग्रंथां दी होवे, भावें वो भूगोल विज्ञान बारे होवे, जां वो खगोल विज्ञान बारे होवे, जां वो किसी होर पहलू तो होवे, जितनियां भी काढ़ां साडे सामने लोगों ने रखियां ने, उस सियाणे लोगों ने रखियां ने, विचारवानां ने रखियां ने। और उन्हां विच कोई बहुते मतभेद भी नहीं हुंदे। 100 सियाणियां इक्को ही मत, मूर्खां आपो अपनी। सियाणा 100 इकट्ठा हो जाए ना, उन्हां च सहमति हुंदियां देर नहीं लगेगी। और मूर्ख 100 इकट्ठे हो जाण ते सवां दी राय जुदा जुदा होवेगी, जुंडिओ जुंडी होए होणगे, पग्गां लथीआं होणगीआं। लिहाजा इस वास्ते सानू गुरबाणी गुरु रूप साध संगत जी विचार नाल जुड़न वास्ते प्रेरणा करती है। सिख ने विचार करनी है धीरज नाल, और ये सब कुछ सतगुरु तो प्राप्त हुंदा है। सुन समाद सच्चे घर बारा। सुन दे अर्थ ने अकाल पुरख वैगुरु,
ਅਕਾਲ ਪੁਰਖ ਵਾਹਿਗੁਰੂ ਤੋਂ ਹੀ ਮਨੁੱਖ ਨੂੰ ਉਹ ਸੱਤਾ ਮਿਲਦੀ ਹੈ ਜਿਹਦੇ ਨਾਲ ਸੱਚੇ ਘਰ ਬਾਰਾ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਵਿੱਚ ਮਨੁੱਖ ਦੀ ਸੁਰਤ ਜੁੜਦੀ ਹੈ। ਔਰ ਉਹ ਜਿਹੜੀ ਸ਼ਬਦ ਵਿੱਚ ਸੁਰਤ ਜੁੜਦੀ ਹੈ ਉਹ ਜੀਵਨ 'ਚ ਕ੍ਰਾਂਤੀ ਲਿਆਉਂਦੀ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਜੋਤੀ ਜੋਤ ਸਮਾਨ ਦੀ ਗੱਲ ਕਹੀ ਨਾ, ਹੁਣ ਤੇ ਅਸੀਂ ਕਥਾ ਬੜੀ ਵਾਰਾਂ ਸੁਣੀ ਹੈ, ਬੜੀ ਵਾਰਾਂ ਕੀਤੀ ਹੈ, ਸਾਨੂੰ ਅਚੰਭਾ ਜਿਹਾ ਨਹੀਂ ਹੁੰਦਾ। ਪਰ ਤੁਸੀਂ ਅਨੁਮਾਨ ਲਗਾਓ ਸਾਧ ਸੰਗਤ ਜੀ, ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਸੰਗਤਾਂ ਦੇ ਦਰਮਿਆਨ ਇਹ ਗੱਲ ਕਹੀ ਵੀ ਸਾਧ ਸੰਗਤ ਹੁਣ ਮੈਂ 5 ਭੂਤਕ ਸਰੀਰ ਤਿਆਗ ਦੇਣਾ, ਜੋਤੀ ਜੋਤ ਸਮਾ ਜਾਣਾ, ਤੇ ਸੰਗਤਾਂ ਦੀ ਦਸ਼ਾ ਕਿਸ ਤਰ੍ਹਾਂ ਦੀ ਹੋਵੇਗੀ? ਸੰਗਤਾਂ ਦਾ ਬੇਬਲ ਹੋ ਜਾਣਾ ਤੇ ਸੁਭਾਵਕ ਸੀ ਨਾ ਜੀ। ਉਸ ਵੇਲੇ ਕਈਆਂ ਦੀਆਂ ਭੁੱਬਾਂ ਵੀ ਨਿਕਲ ਗਈਆਂ, ਚੀਕ ਚਹਾੜਾ ਪੈ ਗਿਆ, ਇਕੱਠੇ ਹੋ ਗਏ, ਲਾਲਾ ਲਾਲਾ ਹੋ ਗਈ। ਕੀ ਹੋਇਆ? ਗੁਰੂ ਨਾਨਕ ਜੋਤੀ ਜੋਤ ਸਮਾਨ ਲੱਗੇ ਨੇ। ਵੇਖੋ, ਇਹ ਜਿਹੜਾ ਸਰੀਰਾਂ ਦਾ ਸਾਥ ਹੈ ਨਾ, ਇਹ ਹਮੇਸ਼ਾ ਨਹੀਂ ਨਿਭ ਸਕਦਾ। ਰੂਹੇ ਜ਼ਮੀਨ ਤੇ ਜਿਹੜੇ ਪੈਗੰਬਰ ਆਏ ਉਹਨਾਂ ਨੂੰ ਵੀ ਜਾਣਾ ਪਿਆ। ਇਸ ਲਈ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਿਆ। ਸਿੱਖਾ, ਸ਼ਬਦ ਨਾਲ ਜੋੜ, ਇਹ ਕਦੀ ਮਰਦਾ ਨਹੀਂਗਾ। ਸੋ ਗੁਰ ਕਰੋ ਜੇ ਬੌਰ ਨਾ ਕਰਨਾ, ਸੋ ਧਿਆਨ ਧਰੋ ਜੇ ਬੌਰ ਨਾ ਧਰਨਾ, ਐਸੇ ਮਰੋ ਜੇ ਬੌਰ ਨਾ ਮਰਨਾ, ਉਲਟੀ ਗੰਗਾ ਜਮਨ ਮਿਲਾਵੋ ਔਰ ਬਿਨ ਜਲ ਸੰਗਮ ਮਨ ਮੈਂ ਨਾਵੋ। ਉਹ ਗੁਰੂ ਬਣਾਓ ਜਿਹੜਾ ਪਰਤ ਕੇ ਫੇਰ ਨਾ ਬਣਾਉਣਾ ਪਿਆ ਵੀ ਪਹਿਲਾ ਗੁਰੂ ਤੇ ਗੁਜ਼ਰ ਗਿਆ, ਹੁਣ ਦੂਜਾ ਬਣਾ ਲਈਏ, ਹੁਣ ਦੂਜਾ ਵੀ ਚੜ੍ਹਾਈ ਕਰ ਗਿਆ, ਤੀਜਾ ਬਣਾ ਲਈਏ। ਇਸ ਤਰ੍ਹਾਂ ਦਾ ਗੁਰੂ ਬਣਾ ਤੈਨੂੰ ਦੁਬਾਰਾ ਕੋਈ ਗੁਰੂ ਲੱਭਣਾ ਹੀ ਨਾ ਪਵੇ। ਸ਼ਬਦ ਨਾਲ ਜੋੜਿਆ। ਤੋ ਗੁਰੂ ਨਾਨਕ ਸਾਹਿਬ ਨੇ ਸਾਰੀ ਸੰਗਤ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕੀਤਾ ਤੇ ਹਜ਼ੂਰ ਕਹਿਣ ਲੱਗੇ, ਕਿਉਂ ਵਰਲਾਪ ਕਰ ਰਹੇ ਹੋ? ਮਹਾਰਾਜ ਤੁਸੀਂ ਜੋਤੀ ਜੋਤ ਸਮਾ ਜਾਣਾ ਹੈ ਨਾ, ਤਾਂ ਅਸੀਂ ਉਦਾਸ ਹੋ ਗਏ ਹਾਂ। ਕੀ ਚਾਹੁੰਦੇ ਹੋ? ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਕਦੀ ਵੀ ਸਾਡੇ ਤੋਂ ਜੁਦਾ ਨਾ ਹੋਵੋ, ਤੁਸੀਂ ਸਾਡੇ ਕੋਲ ਰਹੋ ਤੇ ਅਸੀਂ ਤੁਹਾਡੀ ਚਰਨ ਸ਼ਰਨ ਵਿੱਚ ਰਹੀਏ। ਇਹ ਬਚਨ ਹੋਏ ਉੱਥੇ। ਔਰ ਮੈਂ ਬਾਕਾਇਦਾ ਉਹ ਇਤਿਹਾਸਕ ਗ੍ਰੰਥ 'ਚੋਂ 4 ਕੁ ਪੰਕਤੀਆਂ ਵੀ ਤੁਹਾਡੀ ਨਜ਼ਰ ਕਰਾਂਗਾ ਤਾਂ ਕਿ ਤੁਹਾਡੀ ਖਾਤਰ ਹੋਵੇ, ਤਸੱਲੀ ਹੋਵੇ ਵੀ ਇਹ ਘਟਨਾ ਸੱਚੀ ਵਾਪਰੀ ਉੱਥੇ। ਮਹਾਰਾਜ ਕਹਿਣ ਲੱਗੇ ਵੀ ਮੈਂ ਜੋਤੀ ਜੋਤ ਸਮਾਵਾਂਗਾ ਔਰ ਆਪਾਂ ਵਿਛੜਾਂਗੇ ਵੀ ਨਹੀਂ। ਦੋਵੇਂ ਗੱਲਾਂ ਹੋਣਗੀਆਂ। ਹੱਦ ਹੋ ਗਈ ਹੈ ਮਹਾਰਾਜ, ਤੁਸੀਂ ਜੋਤੀ ਜੋਤ ਵੀ ਸਮਾ ਜਾਓਗੇ ਔਰ ਅਸੀਂ ਵਿਛੜਾਂਗੇ ਵੀ ਨਹੀਂ। ਇਹ ਦੋਵੇਂ ਗੱਲਾਂ ਕਿਵੇਂ ਪੋਸੀਬਲ ਨੇ? ਤਾਂ ਹਜ਼ੂਰ ਕਹਿਣ ਲੱਗੇ ਵੀ ਤੁਹਾਡਾ ਇਹ ਚਿੱਤ ਕਰਦਾ ਵੀ ਤੁਸੀਂ ਹਮੇਸ਼ਾ ਮੈਨੂੰ ਮਿਲੇ ਰਹੋ। ਹਾਂ ਮਹਾਰਾਜ, ਸਾਡਾ ਇਹ ਚਿੱਤ ਕਰਦਾ। ਤਾਂ ਹਜ਼ੂਰ ਨੇ ਜਿਹੜੇ ਉੱਥੇ ਬੋਲ ਕਹੇ, ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਨੇ ਜਿਸ ਕਦਰ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਉਹ ਦਰਜ ਕੀਤੀਆਂ ਪੰਕਤੀਆਂ, ਮੈਂ ਹੂ ਬਹੂ ਔਰ ਇਨ ਬਿਨ ਬਾ ਐਨ, ਉਹ 2 ਕੁ ਸਤਰਾਂ ਤੁਹਾਡੀ ਨਜ਼ਰ ਕਰਾਂ। ਹਜ਼ੂਰ ਕਹਿਣ ਲੱਗੇ, ਮੁਝ ਸੋ ਮਿਲਣ ਕੀ ਜੇ ਚਾਹੀ, ਤੁਹਾਡੇ ਵਿੱਚੋਂ ਜਿਹੜਾ ਇਹ ਚਾਹੁੰਦਾ ਹੈ ਵੀ ਅਸੀਂ ਹਮੇਸ਼ਾ ਹੀ ਗੁਰੂ ਨਾਨਕ ਨੂੰ ਮਿਲੇ ਰਹੀਏ, ਕਦੀ ਗੁਰੂ ਨਾਨਕ ਨਾਲੋਂ ਵਿਛੜੀਏ ਨਾ। ਮੁਝ ਸੋ ਮਿਲਣ ਕੀ ਜੇ ਚਾਹੀ, ਤੁਹਾਡੇ ਵਿੱਚੋਂ ਜਿਹੜਾ ਚਾਹੁੰਦਾ ਹੈ ਵੀ ਗੁਰੂ ਨਾਨਕ ਨੂੰ ਹੀ ਮਿਲੇ ਰਹੀਏ ਔਰ ਸਦਾ ਵਿਛੜਨ ਨੂੰ ਭਾਵੇ ਨਾ ਹੀ, ਅਸੀਂ ਕਦੀ ਵੀ ਗੁਰੂ ਨਾਨਕ ਨਾਲੋਂ ਨਾ ਵਿਛੜੀਏ। ਜਿਨ੍ਹਾਂ ਨੂੰ ਵਿਛੋੜਾ ਨਹੀਂ ਪਾਉਂਦਾ ਉਹ ਕੀ ਕਰੋ? ਤੇ ਨਰ ਕਰੇ ਸ਼ਬਦ ਅਭਿਆਸੇ, ਉਹ ਸ਼ਬਦ ਦਾ ਅਭਿਆਸ ਕਰੋ। ਹੁਣ ਇਹ ਸ਼ਬਦ ਦਾ ਅਭਿਆਸ ਕੀ ਹੈ? ਤੁਸੀਂ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੋ। ਔਰ ਸਾਧ ਸੰਗਤ, ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਨੇ ਕਿ ਸਿਮਰਨ ਸ਼ਬਦ ਨਾਮ ਜਪਣਾ, ਸਿਮਰਨ ਕਰਨਾ, ਬੜੀ ਪ੍ਰੇਰਨਾ ਬਾਣੀ ਵਿੱਚ। ਸਿਮਰਨ ਕੀ ਹੈ? ਯਾਦ ਕਰਨਾ, ਚੇਤਾ ਕਰਨਾ।
ਜਦੋਂ ਤੁਸੀਂ ਗੁਰਬਾਣੀ ਨੂੰ ਇਕਾਗਰਤਾ ਨਾਲ ਸੁਣ ਰਹੇ ਹੁੰਦੇ ਹੋ, ਕਥਾ ਨੂੰ ਜਾਂ ਕਰ ਰਹੇ ਹੁੰਦੇ ਆ, ਅਸੀਂ ਇਹ ਵੀ ਸਿਮਰਨ ਹੀ ਹੋ ਜਾਂਦਾ ਹੈ। ਤੁਸੀਂ ਕਹੋਗੇ ਜੀ ਇਹ ਸਿਮਰਨ ਕਿਵੇਂ ਹੋ ਗਿਆ? ਦੇਖੋ, ਸਿਮਰਨ ਦੇ ਅਰਥ ਹੁੰਦੇ ਨੇ ਯਾਦ ਕਰਨਾ। ਹੁਣ ਮੰਨ ਲਿਆ ਅਸੀਂ ਇੱਥੇ ਬੈਠੇ ਬੈਠੇ ਬੇਟੀ ਨੂੰ ਯਾਦ ਕਰਨੇ ਆ, ਫਾਰ ਐਗਜ਼ਾਮਪਲ, ਬੜੇ ਧਿਆਨ ਨਾਲ ਬੇਨਤੀ ਸੁਣਿਓ। ਸਿਮਰਨ ਕੀ ਹੈ? ਇੱਦਾਂ ਨਹੀਂ ਦੱਸਿਆ ਗਿਆ ਜਿੱਦਾਂ ਮੈਂ ਐਕਸਪਲੇਨ ਕਰਨ ਲੱਗਾ। ਬੇਟੇ ਨੂੰ ਯਾਦ ਕਰਨੇ ਆ, ਮਾਂ ਨੂੰ ਯਾਦ ਕਰਨੇ ਆ, ਪਿਤਾ ਨੂੰ ਯਾਦ ਕਰਨੇ ਆ, ਪਤੀ ਪਤਨੀ ਨੂੰ ਕਰਦਾ, ਪਤਨੀ ਪਤੀ ਨੂੰ ਕਰਦੀ ਹੈ, ਭੈਣ ਭਰਾ ਨੂੰ, ਭਰਾ ਭੈਣ ਨੂੰ। ਕੀ ਅਸੀਂ ਉਹਦਾ ਨਾਂ ਲੈ ਕੇ ਤੇ ਉਹਨੂੰ ਰਿਵਾਈਜ਼ ਕਰਨੇ ਆ? ਕਦੀ ਤੁਸੀਂ ਇਸ ਤਰ੍ਹਾਂ ਕੀਤਾ ਵੀ ਜਿਹਦੀ ਯਾਦ ਆਵੇ ਉਹਦੇ ਨਾਮ ਨੂੰ ਮਾਲਾ ਲੈ ਕੇ ਤੇ ਫਿਰ ਉਹਦਾ ਨਾਂ ਲੈ ਲੈ ਕੇ ਤੇ ਇੱਕ ਇੱਕ ਮਣਕਾ ਅੱਗੇ ਸਰਕਾਣਾ? ਨਹੀਂ ਨਾ ਕੀਤਾ। ਫਿਰ ਕੀ ਹੁੰਦਾ ਹੈ? ਜਿਹਦੀ ਯਾਦ ਆਉਂਦੀ ਉਹਦੀ ਲਟਕ ਲੱਗ ਜਾਂਦੀ ਹੈ। ਲਟਕ ਇੱਕ ਪੰਜਾਬੀ ਦਾ ਸ਼ਬਦ ਹੈ, ਦੇਖਿਓ ਕਿਤੇ ਇਨਸਾਈਕਲੋਪੀਡੀਆ। ਲਟਕ ਲੱਗ ਗਈ। ਹੁਣ ਉਹ ਲਟਕ ਲੱਗੀ ਰਹੀ 2 ਮਿੰਟ 3 ਮਿੰਟ 4 ਮਿੰਟ 5 ਮਿੰਟ। ਅਚਾਨਕ ਕੋਈ ਆਇਆ, ਉਹਨੇ ਕਿਹਾ ਕੀ ਹਾਲ ਹੈ? ਧਿਆਨ ਉਧਰ ਹੋ ਗਿਆ, ਲਟਕ ਉਧਰੋਂ ਟੁੱਟ ਗਈ। ਅਸਲ ਵਿੱਚ ਇਹ ਸਿਮਰਨ ਹੈ। ਜਿੱਦਾਂ ਬੇਟੀ ਨੂੰ ਯਾਦ ਕਰਨੇ ਆ, ਬੇਟੇ ਨੂੰ, ਮਾਂ ਪਿਓ ਨੂੰ, ਪਤੀ ਪਤਨੀ ਨੂੰ, ਪ੍ਰੇਮੀ ਪ੍ਰੇਮਿਕਾ ਨੂੰ, ਇੱਦਾਂ ਰੱਬ ਨੂੰ ਯਾਦ ਕਰੀਏ। ਕਿਉਂਕਿ ਕਈ ਵਾਰ ਮੂੰਹ ਵਿੱਚ ਵਾਹਿਗੁਰੂ ਹੁੰਦਾ ਹੈ, ਸੁਰਤ ਵਿੱਚ ਵਾਹਿਗੁਰੂ ਨਹੀਂ ਹੁੰਦਾ। ਇਹ ਵੀ ਮੈਂ ਬੇਨਤੀ ਕਰਦੇ ਹਾਂ, ਉਹ ਸੁਰਤ ਵਿੱਚ ਹੋਣਾ ਚਾਹੀਦਾ। ਮੂੰਹ ਵਿੱਚ ਹੋਵੇ ਮੁਬਾਰਕ ਹੈ, ਨਾ ਵੀ ਹੋਵੇ ਤੇ ਕੋਈ ਗੱਲ ਨਹੀਂ, ਪਰ ਸੁਰਤ ਵਿੱਚ ਹੋਣਾ ਚਾਹੀਦਾ। ਕਬੀਰ ਮਾਲਾ ਤੋਂ ਕਰ ਮੈਂ ਫਿਰੈ, ਕਰ ਮੈਨੇ ਹੱਥ 'ਚ ਮਾਲਾ ਘੁੰਮ ਰਹੀ ਹੈ। ਮਾਲਾ ਤੋਂ ਕਰ ਮੈਂ ਫਿਰੈ ਔਰ ਜੀਭ ਫਿਰੈ ਮੁਖ ਮਾਹੇ, ਮਨਵਾ ਤੋਂ ਦਹਿ ਦਿਸ ਫਿਰੈ, ਇਹ ਤੋਂ ਸਿਮਰਨ ਨਾ ਹੈ। ਹੱਥ ਵੀ ਹਰਕਤ ਕਰ ਰਿਹਾ ਹੈ, ਜੀਭ ਵੀ ਹਰਕਤ ਕਰ ਰਹੀ ਹੈ, ਮਨ ਵੀ ਇੱਧਰ ਉੱਧਰ ਭੱਜਾ ਫਿਰਦਾ। ਫਿਰ ਸਿਮਰਨ ਕੌਣ ਕਰ ਰਿਹਾ? ਯਾਦ ਕੌਣ ਕਰ ਰਿਹਾ? ਚੇਤਾ ਕੌਣ ਕਰ ਰਿਹਾ? ਹਜ਼ੂਰ ਕਹਿਣ ਲੱਗੇ ਵੀ ਉਹਦੇ ਲਈ ਬਹੁਤ ਜ਼ਰੂਰੀ ਹੈ ਤੁਸੀਂ ਸਰੀਰਾਂ ਤੋਂ ਉੱਪਰ ਉੱਠੋ ਤੇ ਸ਼ਬਦ ਵਿੱਚ ਸੁਰਤ ਜੋੜੋ। ਅੱਜ ਵੀ ਅਸੀਂ ਸਰੀਰਾਂ ਨਾਲ ਹੀ ਜੁੜੇ ਹਾਂ। ਖਿਮਾ ਕਰ ਦੇਣਾ, ਆਪਣਾ ਆਪਣਾ ਪ੍ਰਭਾਵ ਹੁੰਦਾ ਹੈ, ਆਪਣਾ ਔਰਾ ਹੁੰਦਾ ਹੈ। ਉਹ ਜਿਨ੍ਹਾਂ ਦਾ ਥੋੜਾ ਸਟਰੋਂਗ ਹੈ, ਨੈਚੁਰਲ ਉਹ ਅਟਰੈਕਸ਼ਨ ਹੁੰਦੀ ਹੈ, ਲੋਕ ਆਉਂਦੇ ਨੇ। ਪਰ ਇਹ ਕਦੀ ਨਾ ਭੁੱਲੀਏ ਵੀ ਸਾਨੂੰ ਗੁਰੂ ਕੇ ਸ਼ਬਦ ਦੀ ਵਿਚਾਰ ਸੁਣਾਉਣ ਵਾਲਾ ਜਿਹੜਾ ਵਿਅਕਤੀ ਹੈ ਉਹ ਡਾਕੀਆ ਹੈ। ਅਨਪੜ੍ਹ ਬੀਬੀ ਪਤੀ ਫੌਜ ਵਿੱਚ ਤੇ ਉਹ ਚਿੱਠੀ ਲੈ ਕੇ ਆ ਗਿਆ। ਆਖਣ ਲੱਗੀ ਕਿਹਦੀ ਚਿੱਠੀ ਹੈ? ਕਹਿਣ ਲੱਗਾ ਤੇਰੇ ਪਤੀ ਦੀ ਹੈ। ਆਖਣ ਲੱਗੀ ਵੀਰ ਮੈਂ ਤੇ ਪੜ੍ਹੀ ਕੋਨੀ, ਖਰੇ ਕਿੱਦਣ ਕੋਈ ਪੜ੍ਹਿਆ ਲੱਭੇ ਤੇ ਤੂੰ ਮੈਨੂੰ ਪੜ੍ਹ ਕੇ ਸੁਣਾਈ ਦੇ। ਉਹਨੇ ਮੰਜੀ ਢਾਹ ਦਿੱਤੀ, ਬਹਿ ਗਿਆ। ਆਖਣ ਲੱਗਾ ਲੈ ਸੁਣ। ਹੁਣ ਇੱਕ ਸਟਾਈਲ ਹੁੰਦਾ ਸੀ, ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਪਤਾ ਹੈ, ਪਹਿਲਾਂ ਉੱਤੇ ਲਿਖਣਾ ਲਿਖ ਤੁਮ ਫਲਾਣਾ ਸਿੰਘ, ਅੱਗੇ ਫਲਾਣਾ, ਇੱਥੇ ਸਭ ਰਾਜੀ ਖੁਸ਼ੀ ਹੈ, ਤੁਹਾਡੀ ਰਾਜੀ ਖੁਸ਼ੀ ਪ੍ਰਮਾਤਮਾ ਤੋਂ ਨੇਕ ਚਾਹੁੰਦੇ ਹਾਂ। ਉੱਤੇ ਰਾਜੀ ਖੁਸ਼ੀ ਲਿਖ ਦੇਣਾ, ਥੱਲੇ ਫਿਰ ਬੜਾ ਕੁਝ, ਢੱਗਾ ਵੀ ਮਰ ਗਿਆ, ਮੱਝ ਵੀ ਮਰ ਗਈ ਹੈ, ਬਾਪੂ ਬਿਮਾਰ ਹੈ, ਇੱਦਾਂ ਉੱਦਾਂ। ਤੋ ਪੈਟ ਜੀ ਵਰਡਿੰਗ ਸੀ। ਹੁਣ ਉਹਨੇ ਲਿਖਿਆ ਸੀ ਮੇਰੀ ਪਿਆਰੀ ਪਤਨੀ। ਉਹਨੇ ਕਿਹਾ ਹਾਂਜੀ। ਤੇ ਕੋਲ ਕੋਈ ਸਿਆਣਾ ਸੁਣਦਾ ਸੀ, ਉਹ ਕਹਿਣ ਲੱਗਾ ਚੱਲੀਏ, ਹੰਗਾਰਾ ਨਾ ਦੇ, ਇਹ ਡਾਕੀਆ ਤੇਰਾ ਪਤੀ ਥੋੜਾ, ਉਂਝ ਸੁਣੀ ਜਾ। ਕਦੀ ਕਦੀ ਅਸੀਂ ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਨੂੰ ਪਤਨੀ ਪਤੀ ਸਮਝ ਲੈਂਦੀ ਹੈ। ਗੁਰਬਾਣੀ ਨੂੰ ਐਕਸਪਲੇਨ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ। ਉਹ ਪੋਸਟਮੈਨ ਹੈ, ਡਾਕੀਆ ਹੈ, ਪ੍ਰੀਚਰ ਹੈ। ਉਹਦਾ ਜਿਤਨਾ ਮਰਜ਼ੀ ਔਰਾ ਸਟਰੋਂਗ ਹੋਵੇ, ਉਹਦਾ ਪ੍ਰਭਾਵ ਹੋਵੇ, ਜੋ ਮਰਜ਼ੀ ਹੋਵੇ, ਉਹਦੀ ਇੱਕ ਸਟੇਜ ਹੈ। ਜੁੜਨਾ ਅਸੀਂ ਉਸ ਸ਼ਬਦ ਨਾਲੇ ਜਿਹੜੇ ਸ਼ਬਦ ਨੂੰ ਉਹ ਐਕਸਪਲੇਨ ਕਰ ਰਿਹਾ ਹੈ, ਉਹਦੇ ਤਨ ਨਾਲ ਨਹੀਂ, ਉਹਦੇ ਸਰੀਰ ਨਾਲ ਨਹੀਂ। ਆ ਜਿਹੜਾ ਇੰਨਾ ਜ਼ੋਰ ਲਾਣਾ ਪਿਆ ਡੇਰਾਵਾਦ ਦੇ ਅਗੇਂਸਟ, ਪਹਿਲਾਂ ਵੀ ਮੈਂ 1 ਮਹੀਨਾ ਵਿਚਾਰਾਂ ਕਰ ਗਿਆ, ਹੁਣ ਵੀ ਕੁਝ ਦਿਨ ਹੋ ਗਏ ਨੇ। ਤੁਹਾਨੂੰ ਪਤਾ ਹੈ ਮੇਰਾ ਸੁਭਾਅ ਖੰਡਨ ਮੰਡਨ ਬਹੁਤੇ ਵਿੱਚ ਪੈਣਾ, ਇੱਧਰ ਉੱਧਰ, ਉਹ ਨਹੀਂ। ਪਰ ਫਿਰ ਵੀ ਸਾਡਾ ਇਹ ਤੇ ਸਿਧਾਂਤ ਹੈ ਨਾ ਵੀ ਸ਼ਬਦ ਸਾਡਾ ਗੁਰੂ ਹੈ, ਸਰੀਰ ਗੁਰੂ ਨਹੀਂ ਹੈ। ਖੈਰ, ਮੁਝ ਸੋ ਮਿਲਨ ਕੀ ਜੇ ਚਾਹੀ, ਸਦਾ ਵਿਛੜਨੋਂ ਭਾਵੈ ਨਾਹੀ। ਜਿਹੜੇ ਜਿਹੜੇ ਤੁਹਾਡੇ ਚੋਂ ਮੈਨੂੰ ਮਿਲਣਾ ਚਾਹੁੰਦੇ ਨੇ, ਔਰ ਇਹ ਵੀ ਚਾਹੁੰਦੇ ਨੇ ਵੀ ਅਸੀਂ ਗੁਰੂ ਨਾਨਕ ਤੋਂ ਕਦੀ ਨਾ ਵਿਛੜੀਏ,
ਉਹ ਕੀ ਕਰਨ? ਤੇ ਨਰ ਕਰੈ ਸ਼ਬਦ ਅਭਿਆਸੇ, ਉਹ ਸ਼ਬਦ ਦਾ ਅਭਿਆਸ ਕਰਨ, ਜੁੜੇ ਰਿਹਾ ਜੀ, ਉਹ ਸ਼ਬਦ ਨਾਲ ਜੁੜਨ। ਹੁਣ ਸ਼ਬਦ ਦਾ ਅਭਿਆਸ ਕੀ ਹੈ? ਵਾਹਿਗੁਰੂ ਗੁਰਮੰਤਰ ਵੀ ਹੋ ਸਕਦਾ ਹੈ, ਮੂਲ ਮੰਤਰ ਵੀ ਹੋ ਸਕਦਾ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਹੋ ਸਕਦਾ ਹੈ। ਸਾਡੀ ਕੌਮ ਵਿੱਚ 239 ਸਾਲ 6 ਮਹੀਨੇ ਜਿਹੜਾ ਗੁਰੂ ਸਾਹਿਬਾਨ ਦਾ ਇਤਿਹਾਸ, ਇੱਕ ਵਾਰੀ ਵੀ ਅਖੰਡ ਪਾਠ ਨਹੀਂ ਹੋਇਆ। 239 ਸਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਨ ਤੱਕ 239 ਸਾਲ 6 ਮਹੀਨੇ ਇੱਕ ਵੀ ਅਖੰਡ ਪਾਠ ਨਹੀਂ ਹੋਇਆ। ਜੇ ਕਿਤੇ ਹੋਇਆ ਹੈ ਤੇ ਮੈਨੂੰ ਜ਼ਰੂਰ ਦੱਸਿਓ ਵੀ ਗਿਆਨੀ ਜੀ ਤੁਸੀਂ ਰੌਂਗ ਹੋ, ਆ ਦੇਖੋ ਲਿਖਿਆ ਹੈ। ਫਿਰ ਕੀ ਹੁੰਦਾ ਸੀ? ਸਹਿਜ ਪਾਠ ਕਰਦੇ ਸਨ ਸਿੱਖ, ਆਹਿਸਤਾ ਆਹਿਸਤਾ, ਮਤਲਬ ਇੰਜੋਇਮੈਂਟ ਜੀ ਕਰਨੀ। ਹੁਣ ਅਖੰਡ ਪਾਠ 'ਚ ਕੀ ਹੁੰਦਾ? ਉਹ ਤੇ ਬਾਉਂਡ ਹੈ ਵੀ ਭਾਈ ਘੜੀ ਵੇਖ ਲੈ, ਅੰਗ ਵੇਖ ਲੈ, ਆਪਣੀ ਐਵਰੇਜ ਪੂਰੀ ਕਰਨੀ ਆ। ਜਿੱਦਾਂ ਕਿਸੇ ਮੋਟਰ ਦੇ ਐਕਸੀਲੇਟਰ ਤੇ ਨਹੀਂ ਪੈਰ ਰੱਖੀਦਾ, ਇੱਦਾਂ ਰੱਖਣਾ ਪੈਂਦਾ। ਤੇ ਉਹ ਇੱਥੇ ਤੁਹਾਡੇ ਤੇ ਚਲੋ ਸਾਰੀ ਕਰੀਮ ਆਉਂਦੀ ਹੈ, ਇੱਥੇ ਜਿੰਨੇ ਰਾਗੀ ਢਾਡੀ ਪ੍ਰਚਾਰਕ ਬਹੁਤਾਤ, ਮਤਲਬ ਪਹਿਲਾਂ ਕਮੇਟੀਆਂ ਕਹਿੰਦੀਆਂ ਜੀ ਆਪਣਾ ਲਿੰਕ ਭੇਜੋ ਜੀ, ਕਿੱਥੇ ਕਰਦੇ ਹੋ, ਕੀ ਕਰਦੇ ਹੋ, ਕਾਫੀ ਛਾਨੇ ਲੱਗਦੇ ਨੇ। ਸਧਾਰਨ ਵਿਅਕਤੀ ਨਹੀਂ ਆਉਂਦਾ, ਮੈਂ ਤੁਹਾਨੂੰ ਬੇਨਤੀ ਕਰਦਾ। ਉੱਥੇ ਫਿਰ ਇੱਕ ਜਣਾ ਕਰ ਰਿਹਾ, ਦੂਜਾ ਉਹਨੂੰ ਜਿਹਨੇ ਰਿਲੀਵ ਕਰਤਾ ਉਹ ਫਿਰ ਹੌਲੀ ਜਿਹੀ ਉਹਨੂੰ ਕਹਿੰਦਾ ਵੀ ਖਿੱਚੀ ਚੱਲੀ, ਲੇਟ ਹੈ ਕੰਮ, ਖਿੱਚੀ ਚੱਲੀ। ਉਹ ਫਿਰ ਕਹਿੰਦਾ ਵੀ ਹੁਣ ਨਾ ਖਿੱਚਿਆ ਤਾਂ ਵੀ ਕੰਮ। ਸ਼ਬਦ ਆ ਗਿਆ, ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਾਰ ਤਰੇ। ਉਹਨੇ ਕਿਹਾ ਖਿੱਚੀ ਚੱਲੀ, ਉਹ ਹੁਣ ਕਹਿੰਦਾ ਹਰ ਹਰੇ, ਵੀ ਚਲੋ ਚੱਲਣ ਦਿਓ ਕੰਮ ਇਕੱਠਾ ਹੀ। ਇਹਦੇ ਨਾਲ ਲਾਭ ਨਹੀਂ ਕੋਈ ਹੋਵੇਗਾ, ਨਾ ਕਰਨ ਵਾਲੇ ਨੂੰ ਨਾ ਸੁਣਨ ਵਾਲੇ ਨੂੰ। ਪਰ ਇਹ ਲਾਭ ਦਾ ਤੇ ਸਾਡੀ ਕੋਈ ਟੈਨਸ਼ਨ ਹੀ ਨਹੀਂ ਕਮਿਊਨਿਟੀ ਦੀ। ਤੋ ਵਿਚਾਰ ਕੇ ਪਾਠ ਕਰਨਾ, ਸਹਿਜ ਪਾਠ। ਪਹਿਲਾਂ ਅਸੀਂ ਭੱਜ ਲਾਉਂਦੇ ਸਾਂ ਵੀ ਜੇ ਘਰ ਪੋਥੀ ਰੱਖੀ ਤੇ ਗੁਨਾਹ ਹੋ ਜਾਏਗਾ। ਹੁਣ ਤੇ ਫੋਨ ਦੇ ਵਿੱਚ ਤੁਹਾਡੇ ਦੇ ਵਿੱਚ ਸਾਰਾ ਡਾਊਨਲੋਡ ਹੋ ਜਾਂਦਾ। ਜਿੱਥੇ ਕਿਤੇ ਫੁਰਸਤ ਮਿਲੀ ਉੱਥੇ 10 ਮਿੰਟ ਕਰ ਲਓ। ਅੱਜ ਜਦੋਂ ਸਤਿਗੁਰੂ ਕਿਰਪਾ ਕਰਦੇ ਨੇ, ਸੰਗਤ ਦੀ ਸੀਸ ਨਾਲ ਧਰਮ ਪ੍ਰਚਾਰ ਕਰਨ ਆਵੀਦਾ, ਲਗਭਗ ਮਹੀਨੇ ਕੁ ਬਾਅਦ ਜਗ੍ਹਾ ਬਦਲਣੀ ਪੈਂਦੀ ਹੈ। ਸਾਰਾ ਇੱਥੇ ਸਫ਼ਰ ਪਲੇਨਾਂ 'ਤੇ ਹੁੰਦਾ, 2-3 ਘੰਟੇ ਪਹਿਲਾਂ ਐਡਵਾਂਸ ਏਅਰਪੋਰਟ 'ਤੇ ਜਾਣਾ ਪੈਂਦਾ। ਮੈਂ ਦੇਖਣਾ ਹੁੰਦਾ ਸਾਰੇ ਗੋਰੇ ਕਿਤਾਬਾਂ ਲੈ ਕੇ ਬੈਠੇ ਹੁੰਦੇ ਨੇ, ਭਾਵੇਂ ਉਹ ਅੰਗਰੇਜ਼ੀ ਦਾ ਨਾਵਲ ਲੈ ਕੇ ਬੈਠੇ ਹੋਣ, ਔਰ ਆਪਣਾ ਲਾਣਾ ਸਾਰਾ ਚਾਹ ਕੌਫੀ ਦੇ ਦੁਆਲੇ ਹੋਇਆ ਹੁੰਦਾ। ਦੇੜੀ ਤੁਰੇ ਆਉਂਦੇ ਨੇ ਜੋ ਪ੍ਰਾਪਤ ਹੋ ਜਾਏ, ਸਾਰਾ ਜ਼ੋਰ ਫਿਜ਼ੀਕਲੀ ਫਿਟਨੈਸ ਦੇ ਉੱਤੇ। ਔਰ ਉਹ ਪਲੇਨ ਦੇ ਵਿੱਚ ਵੀ ਬੁੱਕ ਲੈ ਕੇ ਬੈਠੇ ਹੁੰਦੇ ਨੇ। ਤੋ ਪੜ੍ਹਨ ਦਾ ਝੱਸ ਸਾਡੀ ਕਮਿਊਨਿਟੀ 'ਚ ਨਾ ਮਤ। ਜਿਨ੍ਹਾਂ ਨੇ ਦੱਸਣਾ ਉਹ ਨਹੀਂ ਪੜ੍ਹਦੇ। YouTube ਖੋਲੀ, ਥੋੜ੍ਹਾ ਜਿਹਾ ਉਹਨੂੰ ਸੁਣ ਲਿਆ, ਥੋੜ੍ਹਾ ਜਿਹਾ ਉਹਨੂੰ ਸੁਣ ਲਿਆ, ਮਿਕਸ ਮੁਕਸ ਕਰਕੇ ਚਲੋ ਜੀ ਕਰ ਕੁਰ ਕੇ ਹੋ ਗਏ। ਉਹ ਜਿਹੜੀ ਗੱਲ ਸੁਣਾ ਰਹੇ ਹੁੰਦੇ ਨੇ ਪ੍ਰੋਪਰ ਨਹੀਂ ਪਤਾ ਹੁੰਦਾ ਵੀ ਇਹ ਕਿੱਥੇ ਲਿਖੀ ਹੈ, ਉੱਥੇ ਪ੍ਰਕਰਨ ਕੀ ਚੱਲ ਰਿਹਾ ਸੀ, ਬੈਕਗਰਾਊਂਡ ਕੀ ਸੀ, ਕਿਸ ਸੈਂਸ ਵਿੱਚ ਗੱਲ ਹੋ ਰਹੀ ਸੀ। ਉਹ ਥੋੜ੍ਹਾ ਜਿਹਾ ਤੁਸੀਂ ਉਹ ਚੁੱਕ ਕੇ ਇੱਦਾਂ ਜਦੋਂ ਲੈ ਲਓਗੇ, ਕਈ ਵਾਰ ਉਹ ਗਲਤ ਮੈਸੇਜ ਵੀ ਹੋ ਜਾਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੇ ਜੋਤੀ ਜੋਤ ਦੀ ਖਬਰ ਸੁਣ ਕੇ ਤੁਸੀਂ ਉਚਾਟ ਹੋ ਗਏ ਹੋ ਤੇ ਸਰੀਰਾਂ ਦਾ ਸਾਥ ਤੇ ਹਮੇਸ਼ਾ ਨਿਭਣਾ ਨਹੀਂ, ਇਹ ਤੇ ਇੱਕ ਦਿਨ ਬਿਨਸਣਾ ਹੀ ਬਿਨਸਣਾ ਹੈ। ਇੱਕ ਤਰੀਕਾ ਹੈ ਵੀ ਤੁਹਾਨੂੰ ਮੇਰੀ ਮੌਜੂਦਗੀ ਮਹਿਸੂਸ ਹੁੰਦੀ ਰਹੇਗੀ। ਮਹਾਰਾਜ ਦੱਸੋ, ਛੇਤੀ ਦੱਸੋ। ਮਹਾਰਾਜ ਕਹਿਣ ਲੱਗੇ, ਮੁਝ ਸੋਂ ਮਿਲਨ ਕੀ ਜੇ ਚਾਹੀ ਸਦਾ ਵਿਛਰ ਨੂੰ ਭਾਵੇਂ ਨਾਹੀ। ਤੁਹਾਡੇ ਚੋਂ ਜਿਹੜਾ ਚਾਹੁੰਦਾ ਗੁਰੂ ਨਾਨਕ ਨੂੰ ਮਿਲੇ ਰਹੀਏ, ਕਦੀ ਵਿਛੜੀਏ ਨਾ। ਉਹ ਕੀ ਕਰੋ? ਤੇ ਨਰ ਕਰੇ ਸ਼ਬਦ ਅਭਿਆਸੇ, ਉਹ ਸ਼ਬਦ ਦਾ ਅਭਿਆਸ ਕਰੋ। ਅੱਛਾ, ਇਹਦੇ ਵਿੱਚ ਸ਼ੁਰੂ 'ਚ ਕੀ ਹੁੰਦਾ ਹੈ? ਮਨ ਬੜਾ ਉਚਾਟ ਹੁੰਦਾ ਹੈ। ਇਹ ਪੜ੍ਹਾਈ ਹੈ ਨਾ, ਪ੍ਰੌੜ ਸਿੱਖਿਆ ਫੇਲ ਕਿਉਂ ਹੋਈ ਹੈ? ਹੁਣ ਤੂਤ ਦੀਆਂ ਚਮਕਾਂ ਦੀਆਂ ਤੇ ਟੋਕਰੀਆਂ ਟੋਕਰੇ ਬਣ ਜਾਂਦੇ ਨੇ, ਜਦੋਂ ਮੋਛਾ ਬਣ ਜਾਏ ਫਿਰ ਤੇ ਫੱਟੇ ਹੀ ਬਣਦੇ ਨੇ ਨਾ। ਤੁਸੀਂ ਕਦੀ ਕਿਸੇ ਬੱਚੇ ਨੂੰ ਹੱਸਦੇ ਵੈਨ ਵਿੱਚ ਪਹਿਲੇ ਦਿਨ ਸਕੂਲ ਦੀ ਵੈਨ 'ਚ ਚੜ੍ਹਦੇ ਨਹੀਂ ਵੇਖਿਆ ਹੋਵੇਗਾ। ਰੋਂਦੇ ਨੂੰ ਹੀ ਉਹਦੇ ਵਿੱਚ ਤੱਕੀਦਾ ਤੇ ਦਰਵਾਜ਼ਾ ਬੰਦ ਕਰੀਦਾ। ਇਹ ਵੀ ਇੱਕ ਸਕੂਲ ਹੈ, ਇੱਥੇ ਪੜ੍ਹਨਾ ਹੈ। ਸ਼ੁਰੂ ਵਿੱਚ ਮਨ ਬੜਾ ਅਚਾਟ, ਬੜਾ ਡਰਾਈ ਜਿਹਾ ਸਭ ਕੁਝ ਲੱਗਦਾ। ਕਿਉਂ? ਕਿਉਂਕਿ ਅੰਦਰ ਕੁਝ ਹੋਰ ਹੈ
ਔਰ ਕੰਨਾਂ ਰਾਹੀਂ ਜਿਹੜਾ ਭੋਜਨ ਪਾਇਆ ਜਾ ਰਿਹਾ ਉਹ ਹੋਰ ਹੈ, ਉਹ ਅੰਦਰਲਾ ਐਕਸੈਪਟ ਨਹੀਂ ਕਰਦਾ, ਉੱਠੂ ਕਰਦਾ ਬੰਦਾ, ਕਹਿੰਦਾ ਵੀ ਨਹੀਂ ਯਾਰ ਉਹ ਗੁਰਦੁਆਰੇ ਉੱਥੇ ਹੈ ਨਹੀਂ ਗੱਲਬਾਤ ਕੋਈ, ਉਹਨਾਂ ਕੋਲ ਗੱਲਬਾਤ ਹੈ ਪਰ ਥੋੜ੍ਹਾ ਜਿਹਾ ਮਨ ਮਾਰ ਕੇ ਤੂੰ ਬੈਠ 5 ਮਿੰਟ 10 ਮਿੰਟ ਤੇ ਦੇ, ਤੇ ਜੇ ਫਿਰ ਵੀ ਮੇਰੇ ਤੋਂ ਨਾ ਬਿਠਾਇਆ ਗਿਆ ਤੇ ਤੂੰ ਚਲਾ ਜੀ। ਪਰ ਹੁਣ ਤੂੰ ਵਕਤ ਹੀ ਨਾ ਦੇ ਤੇ ਫਿਰ ਤੇ ਮੁਸ਼ਕਲ ਹੈ ਨਾ। ਸਦਾ ਵਿਚਰ ਨੂੰ ਭਾਵੇ ਨਾਹੀ ਤੇ ਨਰ ਕਰੇ ਸ਼ਬਦ ਅਭਿਆਸੇ, ਉਹ ਸ਼ਬਦ ਦਾ ਅਭਿਆਸ ਕਰਨ, ਸਹਿਜ ਪਾਠ ਕਰਨ, ਵਿਚਾਰ ਕਰਨ, ਸਿਮਰਨ ਕਰਨ, ਮੂਲ ਮੰਤਰ ਗੁਰਮੰਤਰ ਦਾ। ਅੱਗੇ 3 ਸ਼ਬਦ ਨੇ, ਸੁਨਨ, ਮਨਨ, ਨਿੱਧ ਪ੍ਰਤ ਨਿੱਧ ਆਸੇ। ਸਾਧ ਸੰਗਤ ਜੀ 4 ਪੌੜੀਆਂ ਸੁਣਿਆਂ ਦੀਆਂ ਉਹ ਸੁਣਨ ਦੀ ਵਿਆਖਿਆ ਹੈ, 4 ਪੌੜੀਆਂ ਮੰਨਿਆਂ ਦੀਆਂ ਉਹ ਮੰਨਣ ਦੀ ਵਿਆਖਿਆ ਹੈ, ਤੇ ਅਗਲਾ ਸ਼ਬਦ ਹੈ ਨਿੱਧ ਆਸਨ, ਤੇ ਪੰਚ ਪ੍ਰਵਾਨ ਪੰਚ ਪ੍ਰਧਾਨ ਉਹ ਕੀ ਹੈ, ਉਹ ਨਿਧਿਆਸਨ ਦੀ ਵਿਆਖਿਆ ਹੈ। ਪਹਿਲਾਂ ਸੁਣਨਾ ਹੈ ਫਿਰ ਉਹਨੂੰ ਮੰਨਣਾ ਹੈ, ਤੇ ਸੁਣਨ ਲਈ ਬਹੁਤ ਜ਼ਰੂਰੀ ਹੈ ਜਿੱਥੇ ਕੰਨ ਬਾਣੀ ਵਿੱਚ ਹੋਵੇ ਉੱਥੇ ਮਨ ਵੀ ਬਾਣੀ ਵਿੱਚ ਹੋਵੇ। ਕਈ ਵਾਰ ਕੰਨ ਤੇ ਇੱਥੇ ਹੀ ਹੁੰਦਾ ਹੈ, ਮਨ ਕਿਤੇ ਹੋਰ ਚਲਾ ਜਾਂਦਾ। ਡਿਸ਼ ਤੇ ਬਾਹਰ ਲੱਗੀ ਹੋਈ ਏ, ਅੰਦਰ LED ਠੀਕ ਨਹੀਂ, ਤੇ LED ਠੀਕ ਹੈ ਬਾਹਰ ਡਿਸ਼ ਹੀ ਕੋ ਨਹੀਂ ਲੱਗੀ, ਬਾਤ ਨਹੀਂ ਬਣੇਗੀ। ਕੰਨ ਦਾ ਆਪਣਾ ਰੋਲ ਹੈ, ਮਨ ਦਾ ਆਪਣਾ ਰੋਲ ਹੈ। ਜੇ ਤੁਸੀਂ ਇਸ ਤਰ੍ਹਾਂ ਦਾ ਅਭਿਆਸ ਕਰ ਲਓਗੇ ਤੇ ਤੁਹਾਨੂੰ ਲੱਗੇਗਾ ਹੀ ਨਹੀਂ ਵੀ ਅਸੀਂ ਗੁਰੂ ਨਾਨਕ ਨਾਲੋਂ ਕਦੀ ਵਿਛੜੇ ਹਾਂ। ਵਿਚਾਰ ਨਾਲ ਜੁੜੋ, ਇਹ ਵਿਚਾਰ ਤੁਹਾਨੂੰ ਗੁਰੂ ਕੋਲੋਂ ਪ੍ਰਾਪਤ ਹੋਵੇਗੀ। ਅੱਜ ਦੇ ਇਸ ਪਦੇ ਵਿੱਚ ਹਜ਼ੂਰ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚੇ ਘਰ ਬਾਰਾ। ਔਰ ਸੁਨ ਦੇ ਅਰਥ ਨੇ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਤੋਂ, ਸ਼ਕਤੀ ਤੋਂ। ਸੱਚੇ ਘਰ ਬਾਰਾ ਦੇ ਇਕੱਠੇ ਅਰਥ ਕੀਤੇ ਗਏ ਨੇ, ਸਦਾ ਥਿਰ ਵਾਹਿਗੁਰੂ ਦੇ ਨਾਮ ਵਿੱਚ ਜੁੜਨਾ, ਯਾਨੀ ਵਾਹਿਗੁਰੂ ਦੇ ਗੁਣਾਂ ਨੂੰ ਵਿਚਾਰਨਾ। ਗੁਣ ਸ਼ਬਦ ਇੱਕ ਤੇ ਸਾਧ ਸੰਗਤ ਅਸੀਂ ਔਗਣ ਦੇ ਵਿਪਰੀਤ ਲੈ ਲੈਂਦੇ ਹਾਂ, ਜਿਸ ਤਰ੍ਹਾਂ ਝੂਠ ਦੇ ਵਿਪਰੀਤ ਸੱਚ, ਹਨੇਰੇ ਦੇ ਵਿਪਰੀਤ ਚਾਨਣ। ਇਸੇ ਪ੍ਰਕਾਰ ਅਵਗਣ ਦੇ ਵਿਪਰੀਤ ਗੁਣ। ਜਿਸ ਤਰ੍ਹਾਂ ਝੂਠ ਬੋਲਣਾ ਇੱਕ ਅਵਗੁਣ ਹੈ ਔਰ ਸੱਚ ਬੋਲਣਾ ਗੁਣ ਹੈ। ਪਰ ਕਿਤੇ ਕਿਤੇ ਗੁਣ ਸ਼ਬਦ ਜਿਹੜਾ ਹੈ, ਗੁਣ ਵਰਡ ਜਿਹੜਾ ਹੈ ਬਾਣੀ ਵਿੱਚ ਪ੍ਰੇਮੀਓ, ਉਹ ਉਪਕਾਰ ਵਾਸਤੇ ਵੀ ਆਇਆ ਹੈ। ਜਿਸ ਤਰ੍ਹਾਂ ਮੈਂ ਸੌਖਾ ਜਿਹਾ ਬਚਨ ਤੁਹਾਡੀ ਨਜ਼ਰ ਕਰਾਂ, ਜਿਹੜਾ ਤੁਸੀਂ ਰੋਜ਼ ਸੁਣਦੇ ਹੋ, ਤੁਹਾਨੂੰ ਕੰਠ ਹੈ, ਸਰਲ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਨੀ। ਰਮਈਆ ਸੋਹਣਾ ਰਾਮ, ਉਹਦੇ ਗੁਣ। ਗੁਣ ਕਿਹੜੇ ਪ੍ਰੇਮੀਓ? ਉਪਕਾਰ। ਉਹਨੇ ਤੇਰੇ ਤੇ ਬਹੁਤ ਉਪਕਾਰ ਕੀਤੇ ਨੇ। ਕੀ ਉਪਕਾਰ ਕੀਤਾ? ਤੋ ਮਹਾਰਾਜ ਫਿਰ ਗਿਣਾਉਣਾ ਸ਼ੁਰੂ ਕਰਦੇ ਨੇ। ਕਹਿੰਦੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਹੈ? ਕਦੀ ਤੈਨੂੰ ਚੇਤਾ ਆਇਆ? ਸਾਇੰਟੀਫਿਕ ਢੰਗ ਨਾਲ ਜੇ ਸੋਚੀਏ ਤੇ ਸਾਡੀ ਸਟਾਰਟਿੰਗ ਕਿੱਥੋਂ ਹੋਈ ਹੈ? ਹਜ਼ੂਰ ਬਾਣੀ ਚ ਲਾਨੀਆਂ ਕਹਿੰਦੇ ਨੇ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਗੋਰੀ ਲਾਲ। ਲਾਲ ਕੀ ਹੈ? ਮਾਂ ਦੇ ਸਰੀਰ ਵਿੱਚ ਜਿਹੜਾ ਰਕਤ ਹੈ, ਲਹੂ ਹੈ, ਖੂਨ ਹੈ, ਉਹ ਲਾਲ ਹੈ। ਮਾਟੀ ਗੋਰੀ, ਉਦੋਂ ਪਹਿਲਾਂ ਪਾਣੀ ਮੈਲਾ। ਪਿਤਾ ਦੀ ਜਿਹੜੀ ਮਣੀ ਹੈ, ਬਿੰਦ ਹੈ, ਇੱਕ ਮੈਲੇ ਪਾਣੀ ਦੀ ਬੂੰਦ ਹੈ, ਔਰ ਉਹ ਤੇਰਾ ਮੂਲ ਹੈ, ਉੱਥੋਂ ਤੇਰੀ ਸਟਾਰਟਿੰਗ ਹੁੰਦੀ ਹੈ। ਇਹ ਹੈ ਤੇਰੀ ਸਟਾਰਟਿੰਗ। ਔਰ ਵੇਖ, ਜਿਸ ਪੇਟ ਵਿੱਚ ਤੈਨੂੰ ਟਿਕਾ ਕੇ ਤੇਰੀ ਮੂਰਤ ਬਣਾਉਂਦਾ ਹੈ, ਉੱਥੇ ਕਈ ਲੱਖ ਲੀਟਰ ਪਾਣੀ ਜਿਹੜਾ ਯੂਰਨ ਬਣਾ ਕੇ ਕੱਢ ਦਿੱਤਾ ਜਠਰਾਗਨੀ ਨੇ। ਕਿਤਨੇ ਤੂੰ ਫਰੂਟ, ਡਰਾਈ ਫਰੂਟ, ਅਨਾਜ, ਦਾਲਾਂ, ਸਬਜ਼ੀਆਂ, ਪਤਾ ਨਹੀਂ ਕੀ ਕੀ ਕੁਝ ਖਾਧਾ, ਇਸ ਜਠਰਾਗਨੀ ਨੇ ਸਾਰਾ ਡਸਟ ਬਣਾ ਕੇ ਅੱਗੇ ਤੱਕ ਦਿੱਤਾ। ਉਹਦਾ ਉਪਕਾਰ ਹੈ
ਇੱਕ ਪਾਣੀ ਦੀ ਬੂੰਦ ਨੂੰ ਮਾਂ ਦੇ ਗਰਭ ਵਿੱਚ ਵਾਸ਼ਪੀਕਰਨ ਨਹੀਂ ਹੋਣ ਦਿੱਤਾ। ਇਸ ਕਰਕੇ ਵੀ ਉਹਦਾ ਸ਼ੁਕਰਾਨਾ ਕਰਿਆ ਕਰ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਾਂ ਤੁਮ ਰਾਖਣ ਹਾਰੇ। ਹੁਣ ਪਾਵਕ ਸਾਗਰ ਅਥਾ ਲਹਿਰ ਮੈਂ ਤਾਰਨ ਹਾਰੇ। ਹੁਣ ਜਿਹੜੀ ਪਾਵਕ ਸਾਗਰ ਹੈ, ਇਹ ਜਿਹੜਾ ਅੱਗ ਦਾ ਦਰਿਆ ਹੈ ਵਿਸ਼ੇ ਵਿਕਾਰਾਂ ਦਾ, ਮੈਨੂੰ ਇਹਦੇ ਚੋਂ ਵੀ ਬਚਾ। ਜਦੋਂ ਤੂੰ ਉੱਥੇ ਬਚਾਇਆ ਤੇ ਹੁਣ ਉੱਥੇ ਵੀ ਬਚਾ। ਸੋ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਇੱਕ ਪਾਣੀ ਦੀ ਬੂੰਦ, ਔਰ ਹੁਣ ਤੂੰ ਆਦਮ ਕਦ ਸ਼ੀਸ਼ੇ ਦੇ ਸਾਹਮਣੇ ਖੜਾ ਹੋਵੇਂ ਤੇ ਕਿੰਨੇ ਕਿੰਨੇ ਮਿੰਟ ਆਪਣੇ ਆਪ ਨੂੰ ਵੇਖੀ ਜਾਂਦਾ, ਸਵਾਰੀ ਜਾਂਦਾ, ਔਰ ਤੇਰੀ ਸਟਾਰਟਿੰਗ ਪਾਣੀ ਦੀ ਬੂੰਦ ਤੋਂ ਹੋਈ ਹੈ। ਇਹ ਸੋਹਣੀ ਮੂਰਤ, ਕੱਦ ਕਾਠ, ਨੈਣ ਨਕਸ਼, ਇਹ ਤੈਨੂੰ ਨਿਰੰਕਾਰ ਨੇ ਇੱਥੋਂ ਤੱਕ ਪਹੁੰਚਾਇਆ ਹੈ, ਨਹੀਂ ਤੇ ਤੂੰ ਨਹੀਂ ਸੀ ਪਹੁੰਚ ਸਕਦਾ। ਫਿਰ ਹੋਰ ਇੱਕ ਸ਼ੁਕਰਾਨਾ ਕਰਿਆ ਕਰ ਕਿ ਬਹੁਤ ਸਾਰੇ ਬੱਚੇ ਬੇਤਰਤੀਬੇ ਸੰਸਾਰ, ਥੱਲਿਓਂ ਧੜ ਇੱਕ ਹੈ, ਉੱਤੋਂ ਜਾ ਕੇ ਧੜ ਦੋ ਹੋ ਜਾਂਦੇ ਨੇ। ਖਿਮਾ ਕਰਨਾ ਉਹਦੀ ਲੀਲਾ ਹੈ, ਪਰ ਇਹ ਕੋਈ ਜ਼ਿੰਦਗੀ ਥੋੜਾ। ਉਹਦੇ ਰੰਗਾਂ ਤੋਂ ਡਰੀਏ। ਥੱਲਿਓਂ ਧੜ ਇੱਕ ਹੈ, ਉੱਪਰੋਂ ਧੜ ਦੋ ਹੋ ਗਏ ਨੇ। ਹੋਰ ਬਹੁਤ ਡਿਫਰੈਂਟ ਕਿਸਮ ਦੇ ਬੇਤਰਤੀਬੇ ਬੱਚੇ ਆ ਰਹੇ। ਇੱਕ ਤਾਂ ਅਸੀਂ ਕੁਦਰਤ ਨਾਲ ਵੀ ਛੇੜਛਾੜ ਕਰ ਰਹੇ ਹਾਂ ਨਾ, ਉਹ ਵੀ ਵਜ੍ਹਾ ਹੈ। ਪੰਗੇ ਜਿਹਨੂੰ ਲੈਣੇ ਕਹਿੰਦੇ ਆ, ਉਹ ਨਹੀਂ ਲੈਣੇ ਚਾਹੀਦੇ। ਔਰ ਫਿਰ ਤੈਨੂੰ ਪਹਿਲਾਂ ਉਹਨੇ ਮੋਟਾ ਮੋਟਾ ਸਾਜਿਆ, ਫਿਰ ਥੋੜਾ ਜਿਹਾ ਸਵਾਰਿਆ, ਔਰ ਫਿਰ ਬੜੀ ਬਾਰੀਕੀ ਨਾਲ ਉਹਨੇ ਸ਼ਿੰਗਾਰਿਆ। ਅੱਛਾ ਦੱਸੋ, ਜੇ ਕਿਸੇ ਬੰਦੇ ਨੂੰ ਜਮਾਂਦਰੂ ਵਾਗਰੂ ਲੂਲਾ ਬਣਾ ਦੇ, ਕੋਈ ਬਿਊਟੀ ਪਾਰਲਰ ਵਾਲਾ ਉਹਦੀਆਂ ਲੱਤਾਂ ਸਿੱਧੀਆਂ ਕਰ ਸਕਦਾ? ਬਿਊਟੀ ਪਾਰਲਰ ਵਾਲੇ ਉਹਨੂੰ ਜਿਹਨੇ ਸਜਾ ਕੇ ਘੱਲਿਆ, ਉਹਨੂੰ ਥੋੜਾ ਬਹੁਤਾ ਬੁਰਸ਼ਾਂ ਬਰਸ਼ਾਂ ਨਾਲ ਪਾਲਿਸ਼ ਕਰ ਦਿੰਦੇ ਨੇ। ਜਿਹਨੂੰ ਉਹਨ ਸੋਹਣਾ ਨਹੀਂ ਨਾ ਬਣਾਇਆ, ਉਹਨੂੰ ਇਹ ਵੀ ਨਹੀਂ ਬਣਾ ਸਕਦੇ। ਸਕਿਨ ਕਾਲੀ ਹੈ ਤੇ ਉਹਨੂੰ ਥੋੜੀ ਗੇਰਵੇ ਰੰਗ ਦੀ, ਗੋਰੇ ਰੰਗ ਦੀ ਸ਼ੋਅ ਕਰ ਦੇਣਗੇ। ਉਹਨਾਂ ਕੋਲ ਮਟੀਰੀਅਲ ਹੈਗਾ, ਉੱਪਰ ਥੱਪ ਦੇਣਗੇ। ਔਰ ਉਹ ਵੀ ਦਿਖਾਵਾ ਜਿਹਾ, ਥੋੜੇ ਚੰਦ ਮਿੰਟਾਂ ਵਾਸਤੇ, ਚੰਦ ਘੰਟਿਆਂ ਵਾਸਤੇ। ਕੋਈ ਸੁਰ ਸਵਾਦ ਥੋੜਾ ਹੁੰਦਾ। ਸਿਆਪੇ ਨੂੰ ਫੜਨ ਵਾਲੀ ਗੱਲ ਹੈ। ਜਿਸ ਤਰ੍ਹਾਂ ਉਹਨੇ ਬਣਾ ਕੇ ਭੇਜਿਆ, ਉਹਦੇ 'ਚ ਬੜਾ ਆਨੰਦ ਹੈ। ਉਹਨੇ ਫਿਰ ਤੈਨੂੰ ਸਾਜਿਆ, ਸਵਾਰਿਆ, ਬਰੀਕੀ ਨਾਲ ਸ਼ਿੰਗਾਰਿਆ ਵੀ ਸੋਹਣਾ ਬਣਾ ਕੇ। ਜਿੱਥੇ ਕੰਨ ਲੱਗਣਾ ਸੀ ਕੰਨ, ਅੱਖ ਲੱਗਣੀ ਸੀ ਅੱਖ, ਨੱਕ ਲੱਗਣਾ ਸੀ ਨੱਕ, ਹੱਥ ਪੈਰ ਸਭ ਕੁਝ। ਜਿਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅੱਖੀਂ ਦੇਖੈ ਜੇਬਾ ਬੋਲੇ, ਕੰਨੀ ਸੁਰਤ ਸਮਾਏ। ਪੈਰੀ ਚੱਲੇ, ਹੱਥੀ ਕਰਨਾ ਦਿੱਤਾ ਪਹਿਨੇ ਖਾਏ। ਪਰ ਜਿਨ ਰਚ ਰਚਿਆ, ਤਿਸੈ ਨਾ ਜਾਣੇ। ਅੰਧਾ ਅੰਧ ਕਮਾਏ। ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਨਾਨਕ ਗੁਰ ਬਿਨ ਨਾਹੇ, ਪਤ ਪਤ ਬਿਨ ਪਾਰ ਨਾ ਪਾਏ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ ਹੈ ਉਭਾਰਿਆ। ਫਿਰ ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਜਦੋਂ ਦੰਦ ਨਹੀਂ ਸਨ ਤੇ ਮਾਂ ਦੇ ਸਤਨ ਵਿੱਚ ਤੇਰੇ ਵਾਸਤੇ ਖੁਰਾਕ ਆ ਗਈ, ਦੁੱਧ ਆ ਗਿਆ। ਪਰ ਜੋਬਨ ਬੇਅੰਤ ਭੋਜਨ, ਭੋਜਨ ਸੁਖ ਸੂਤ। ਹੁਣ ਬਿਰਧ ਪਿਆ ਉੱਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੇ। ਤੈਨੂੰ ਬੈਠੇ ਨੂੰ ਤੇਰੀ ਪਰਵਰਿਸ਼ ਕਰਦੇ ਨੇ। ਪਰ ਫਿਰ ਸਾਡੀ ਫਿਤਰਤ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈਹੋ ਤੋ ਨਾਨਕ ਸੀਜੈ। ਇਹ ਵੀ ਉਹਦੇ ਸ਼ੁਕਰਾਨੇ ਦਾ ਤਰੀਕਾ ਹੈ। ਬਹੁਤ ਸਾਰੀਆਂ ਟੇਢੀਆਂ ਜੂਨਾਂ ਨੇ। ਮਨੁੱਖੀ ਸਰੀਰ ਦੇ ਵਿੱਚ ਹੀ ਕਈ ਵਾਰ ਅਧੂਰਾ ਸਰੀਰ ਮਿਲ ਜਾਂਦਾ ਹੈ। ਮਾਨਸਿਕ ਤੌਰ ਤੇ ਬੰਦਾ ਰੋਗੀ ਪੈਦਾ ਹੋ ਜਾਂਦਾ ਹੈ, ਸਰੀਰਕ ਤੌਰ ਤੇ ਰੋਗੀ ਪੈਦਾ ਹੋ ਜਾਂਦਾ ਹੈ। ਤੋ ਸਾਡੇ ਤੁਹਾਡੇ ਵਾਸਤੇ ਪ੍ਰੇਮੀਓ, ਇਹ ਵੀ ਇੱਕ ਸ਼ੁਕਰਾਨੇ ਦੀ ਵਜ੍ਹਾ ਹੈ ਵੀ ਹੇ ਨਿਰੰਕਾਰ, ਤੇਰਾ ਕੋਟਾਨ ਕੋਟ ਸ਼ੁਕਰਾਨਾ ਹੈ। ਤੂੰ ਸਾਨੂੰ ਮਨੁੱਖਾ ਸਰੀਰ ਦਿੱਤਾ, ਸਿੱਖਾਂ ਦੇ ਘਰ ਜਨਮ ਦਿੱਤਾ, ਇਹ ਵੀ ਤੇਰਾ ਸ਼ੁਕਰਾਨਾ ਹੈ। ਔਰ ਫਿਰ ਸਰੀਰ 9/9 ਦਿੱਤਾ, ਇਹ ਤੇਰਾ ਸ਼ੁਕਰਾਨਾ ਹੈ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਗੁਣਾਂ ਦੀ, ਵਾਹਿਗੁਰੂ ਦੇ ਉਪਕਾਰਾਂ ਦੀ ਵੀ ਗੱਲ ਕੀਤੀ ਹੈ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਨਵਾਂ ਸੋਲਹਾ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਨਾ 1038 ਤੇ ਸ਼ੁਰੂ ਹੋ ਕੇ 39 ਤੇ ਸਮਾਪਤ ਹੋਵੇਗਾ, ਉਸ ਦੀ ਸ਼ੁਰੂਆਤ ਤੋਂ ਕੱਲ ਵਿਚਾਰ ਸ਼ੁਰੂ ਕਰਾਂਗੇ।
ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਗਲਤੀਆਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ ਜੀ। ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।